ਅੱਛਾ ਮਿੰਟੂ ਜੀ ਅਗਲੀ ਖਬਰ ਦੀ ਗੱਲ ਕਰੀਏ ਤਾਂ ਹੁਣ ਰਾਜਾ ਵੜਿੰਗ ਤੇ ਸੋਨੀ ਸਾਹਿਬ ਤੋਂ ਪੁੱਛਗਿੱਛ ਹੋ ਸਕਦੀ ਹੈ ਕਿਹੜੇ ਮਾਮਲੇ 'ਚ ਪੁੱਛਗਿੱਛ? ਦੇਖੋ ਗੱਲ ਇਹ ਆ ਕਿ ਇਹਦੇ ਸੰਕੇਤ ਮਿਲ ਗਏ ਸਨ ਜੀ। ਤੇ ਅਸੀਂ ਦੱਸਿਆ ਵੀ ਸੀ ਆਪਣੇ ਸਰੋਤਿਆਂ ਨੂੰ ਐਸਾ ਹੋ ਸਕਦਾ ਆ ਹੂੰ, ਕਿ ਸਾਬਕਾ ਟਰਾਂਸਪੋਰਟ ਮਿਨਿਸਟਰ ਕਿਸੇ ਮਾਮਲੇ ਦੇ ਵਿੱਚ ਘਿਰ ਸਕਦੇ ਨੇ ਤੇ ਉਹ ਮਾਮਲਾ ਕੀ ਸੀਗਾ? ਬੱਸਾਂ ਦੀਆਂ ਬਾਡੀਆਂ ਦਾ ਮਸਲਾ। ਇਹਨਾਂ ਨੇ ਨਵੀਂ ਸਵਾ 800 ਬੱਸ ਪਾਈ ਸੀਗੀ। ਹੂੰ, ਉਹਦੇ ਤੇ ਵੈਸੇ ਵੀ ਸਵਾਲ ਉੱਠ ਰਹੇ ਸਨ ਕਿ ਬਈ ਬਾਡੀਆਂ ਪਹਿਲੀ ਵਾਰ ਰਾਜਸਥਾਨ ਚੋਂ ਲੱਗੀਆਂ ਸੀ, ਹਾਲਾਂਕਿ ਪਹਿਲਾਂ ਵਿੱਚ ਚਰਚਾ ਸੀ ਕਿ ਯੂਪੀ ਤੋਂ ਲੱਗੀਆਂ। ਆਮ ਤੌਰ ਤੇ ਉਹ ਬਾਡੀਆਂ ਜਿਹੜੀਆਂ ਹੁੰਦੀਆਂ ਨੇ ਹੂੰ, ਉਹ ਹਰਿਆਣੇ ਤੋਂ ਲੱਗਦੀਆਂ ਨੇ ਜਾਂ ਸਾਡੇ ਪੰਜਾਬ ਦੇ ਪਾਸ ਕੋਈ ਬਹੁਤ ਵਧੀਆ ਕਹ ਲਓ ਕਿ ਕੰਪਨੀਆਂ ਹੈਗੀਆਂ ਨੇ ਜਿਹੜੀਆਂ ਬਾਡੀਆਂ ਲਾਉਂਦੀਆਂ। ਤਾਂ ਉਹ ਇੱਕ ਵਜ਼ਾਰਤ ਵੀ ਸੀ, ਇੱਕ ਸਵਾਲ ਵੀ ਸੀ ਤੇ ਇੱਕ ਚਰਚਾ ਵੀ ਸੀ ਕਿ ਗੜਬੜੀ ਹੈ। ਹੁਣ ਟਰਾਂਸਪੋਰਟ ਮਿਨਿਸਟਰ ਜਿਹੜੇ ਮੌਜੂਦਾ ਨੇ ਲਾਲਜੀਤ ਸਿੰਘ, ਤਾਂ ਜੀ। ਉਹਨਾਂ ਨੇ ਸਾਫ਼ ਕਰ ਦਿੱਤਾ ਹੈ ਕਿ ਬਈ ਇਸ ਮਾਮਲੇ ਦੇ ਵਿੱਚ ਲੋੜ ਪਈ ਤੇ ਵੜਿੰਗ ਸਾਹਿਬ ਨੂੰ ਸੱਦਾਂਗੇ, ਬੁਲਾਵਾਂਗੇ ਵੀ ਜਾਂਚ ਪੜਤਾਲ। ਹੂੰ, ਤਾਂ ਦੂਸਰੇ ਪਾਸੇ ਨਾਲ ਹੀ ਉਹਨਾਂ ਨੇ ਕਿਹਾ ਕਿ ਜਿਹੜੇ ਸਾਬਕਾ ਡਿਪਟੀ ਚੀਫ ਮਿਨਿਸਟਰ ਸਨ, ਸੋਨੀ ਸਾਹਿਬ ਸਾਬਕਾ ਸਿਹਤ ਮੰਤਰੀ ਸਨ, ਕਿ ਬਈ ਇਹਨਾਂ ਨੇ ਵੀ ਕਰੋੜਾਂ ਅਰਬਾਂ ਦੀ ਲੈਂਡ ਜਿਹੜੀ ਹੈ ਉਹ ਆਪਣੇ ਭਤੀਜੇ ਨੂੰ ਦਵਾਈ ਹੈ। ਉਹ ਜੀ। ਸਰਕਟ ਹਾਊਸ ਵਾਲੀ ਜ਼ਮੀਨ ਦਾ ਰੌਲਾ ਪੈਂਦਾ ਜਿਹਦੇ ਵਿੱਚ 4 ਸਟਾਰ ਹੋਟਲ ਬਣਨਾ ਹੈ। ਕਥਿਤ ਤੌਰ ਤੇ ਕਹਿੰਦੇ ਆ ਕਿ ਕੰਪਨੀ ਵੀ ਇਹਨਾਂ ਨੇ ਆਪਣੀ ਬਣਾ ਲਈ ਕੰਸਟਰਕਸ਼ਨ ਵਾਸਤੇ, ਜੀ। ਠੇਕਾ ਵੀ ਆਪ ਲੈ ਲਿਆ ਔਰ ਉਹਦੇ ਵਿੱਚ ਕੀ ਹੈ ਕਿ ਸਰਕਾਰ ਨੂੰ ਇਹ ਐਗਰੀਮੈਂਟ ਕੀਤਾ ਵਾ ਕਿ ਤੁਹਾਨੂੰ ਸਾਲ ਦਾ 1 ਕਰੋੜ ਰੁਪਈਆ ਦੇਣਾ, ਪਰ ਬਹੁਤ ਕਹਿੰਦੇ ਆ ਕਿ ਉਹ ਸੌਦਾ ਗਾਹ ਹੈ, ਕਮਾਈ ਖੋਰਾ ਹੈ। ਸੋ ਇਹ ਮਾਮਲਾ ਜਿਹੜਾ ਕੁਛ ਇਸ ਪੱਖ ਤੋਂ ਆ, ਤਾਂ ਯਾਨੀ ਕੁੱਲ ਮਿਲਾ ਕੇ 2 ਸਾਬਕਾ ਮੰਤਰੀ ਜਾਂ ਕਹਿ ਲਓ ਕਿ ਜਿਹੜੇ 2 ਸਾਬਕਾ ਪਾਵਰ ਹਾਊਸ ਕਹਿ ਸਕਦੇ ਆ ਆਪਾਂ, ਕਿ ਉਹਨਾਂ ਦੇ ਵਾਰੰਟ ਨਿਕਲਦੇ ਨਜ਼ਰ ਆ ਰਹੇ ਨੇ। ਸਿਆਸੀ ਤੌਰ ਤੇ ਇਹੀ ਆਪਾਂ ਸ਼ਬਦ ਇਸਤੇਮਾਲ ਕਰਦੇ ਹਾਂ ਕਿ ਕਿਤੇ ਨਾ ਕਿਤੇ ਬਈ ਜਿਸ ਤਰ੍ਹਾਂ ਵਜ਼ੀਰ ਕਹਿ ਰਿਹਾ ਵਾ, ਮੌਜੂਦਾ ਧਿਰ ਦਾ ਸੱਤਾ ਧਿਰ ਦਾ ਵਜ਼ੀਰ ਕਹਿ ਰਿਹਾ, ਤਾਂ ਹੋ ਜੀ। ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੁਛ ਬਈ ਇਸ ਤਰ੍ਹਾਂ ਨੂੰ ਕਹਾਣੀ ਤੁਰ ਪਵੇ। ਹੂੰ, ਜੀ ਬਿਲਕੁਲ। ਅਗਲੀ ਖਬਰ ਦੀ ਜੇਕਰ ਗੱਲ ਕਰੀਏ ਮਿੰਟੂ ਜੀ ਤਾਂ ਬਿਕਰਮ ਮਜੀਠੀਆ ਨੂੰ ਵੀ ਵੱਡਾ ਝਟਕਾ ਲੱਗਿਆ ਸੁਪਰੀਮ ਕੋਰਟ 'ਚੋਂ। ਹਾਂਜੀ ਬਿਲਕੁਲ, ਵਿਕਰਮ ਮਜੀਠੀਆ ਨੂੰ ਵੱਡਾ ਝਟਕਾ ਲੱਗਾ ਹੈ ਕਿਉਂਕਿ ਸੁਪਰੀਮ ਕੋਰਟ ਦੇ ਵਿੱਚ ਉਹਨਾਂ ਨੇ ਜਿਹੜੀ ਚਾਰਾਚੋਈ ਕੀਤੀ ਸੀਗੀ, ਜਿਹਦੀ ਆਪਾਂ ਅਕਸਰ ਗੱਲ ਕਰਦੇ ਸਾਂ ਹੂੰ, ਕਿ ਬਈ ਇਹ FIR ਜਿਹੜੀ ਹੈ ਉਹ ਰੱਦ ਕਰ ਦਿੱਤੀ ਜਾਣੀ ਚਾਹੀਦੀ ਹੈ, ਤਾਂ ਸੁਪਰੀਮ ਕੋਰਟ ਨੇ ਇਹਦੀ ਸੁਣਵਾਈ ਕਰਨ ਤੋਂ ਹੀ ਨਾ ਕਰ ਦਿੱਤੀ ਹੈ। ਤਾਂ ਇਹਦੇ ਵਿੱਚ ਝਟਕੇ ਵਾਲੀ ਗੱਲ ਤੇ ਹੈ, ਜੀ। ਡੈਫੀਨਿਟਲੀ ਝਟਕੇ ਵਾਲੀ ਗੱਲ ਹੈ। ਹੂੰ, ਤੋਂ ਦੂਜੀ ਗੱਲ ਇਹ ਆ ਕਿ ਹੁਣ ਇਹਨਾਂ ਵਾਸਤੇ ਇੱਕ ਚੀਜ਼ ਜਿਹੜੀ ਆ ਉਹ ਚੰਗੀ ਇਹ ਹੋਈ ਹੈ ਕਿ ਸੁਪਰੀਮ ਕੋਰਟ ਨੇ ਵਾਪਸ ਇਹਨਾਂ ਨੂੰ ਕਿਹਾ ਕਿ ਤੁਸੀਂ ਹਾਈ ਕੋਰਟ ਜਾਓ। ਮਤਲਬ ਕਿ ਵੈਸੇ ਤਾਂ ਜੇ ਤੁਸੀਂ ਦੇਖੋਗੇ ਤੇ ਇਹਨਾਂ ਦੀ ਅੱਜ ਪੈਰਵਾਈ ਜਿਹੜੀ ਹੈ ਕਪਿਲ ਸਿੱਬਲ ਕਰ ਰਹੇ ਸਨ, ਹੂੰ, ਜਿਹੜੇ ਬਿਲਕੁਲ, ਕਹ ਬਿਲਕੁਲ। ਲਓ ਕਿ G23 ਦੇ ਮੈਂਬਰ ਵੀ ਹੈ, ਜੀ, ਕਾਂਗਰਸੀ ਆਗੂ ਵੀ ਹੈ ਤੇ ਇੱਕ ਜੀ, ਵਕੀਲ ਵੀ ਹੈ। ਤਾਂ ਉਹ ਇਹਨਾਂ ਦੀ ਪੈਰਵਾਈ ਕਰਨ ਵਾਸਤੇ ਉੱਥੇ ਪਹੁੰਚੇ ਹੋਏ ਸਨ। ਤਾਂ ਦੂਸਰੇ ਪਾਸੇ ਮਤਲਬ ਕਿ ਜਿਹੜੇ ਜਸਟਿਸ DI ਚੰਦਰਚੂੜ ਹੈਗੇ ਨੇ, ਤਾਂ ਉਹਨਾਂ ਨੇ ਕਿਹਾ ਕਿ ਤੁਸੀਂ ਇੱਥੇ ਧਾਰਾ 32 ਦੇ ਤਹਿਤ ਰਿਟ ਪਟੀਸ਼ਨ ਕਿਉਂ ਪਾਈ ਹੈ? ਤੁਹਾਡੇ ਕੋਲ ਹੋਰ ਵੀ ਹੈਰਾਨ ਕਿ ਤੁਸੀਂ ਹਾਈ ਕੋਰਟ ਨਹੀਂ ਜਾ ਸਕਦੇ। ਜੀ, ਤਾਂ ਸਿਖਰਲੀ ਅਦਾਲਤ ਨੇ ਪਟੀਸ਼ਨਰ ਨੂੰ ਯਾਨੀ FIR ਜੋ ਰੱਦ ਕਰਵਾਉਣ ਵਾਸਤੇ ਪਟੀਸ਼ਨ ਪਾਈ ਸੀ, ਕਿਹਾ ਕਿ ਤੁਸੀਂ ਹਾਈ ਕੋਰਟ ਦੇ ਵਿੱਚ ਚੁਣੌਤੀ ਦੇ ਸਕਦੇ ਹੋ। ਤਾਂ ਜੀ, ਇਹਨਾਂ ਦਾ ਕੇਸ ਵਾਪਸ ਉੱਥੇ ਹੀ ਆ ਜਾਏਗਾ ਜਿੱਥੇ ਅੱਗੇ ਵੀ ED ਵਾਲਾ ਮਸਲਾ ਚੱਲਦਾ ਪਿਆ, ਜਾਂ ਜਿੱਥੇ ਬੇਲ ਲੱਗਣੀ ਹੈ, ਕਿਉਂਕਿ ਹੇਠਲੀ ਅਦਾਲਤ ਦੇ ਵਿੱਚ ਆਪਾਂ ਨੂੰ ਸਭ ਨੂੰ ਪਤਾ ਹੀ ਹੈ ਹੂੰ, ਕਿ ਜ਼ਮਾਨਤ ਜਿਹੜੀ ਹੈ ਉਹ ਇਹਨਾਂ ਨੂੰ ਨਹੀਂ ਮਿਲੀ ਤੇ ਮਿਲਣ ਦੀ ਸੰਭਾਵਨਾ ਵੀ ਨਹੀਂ ਸੀ। ਅਪਰ ਕੋਰਟ ਦੇ ਵਿੱਚ ਇਹ ਹਾਲੇ ਤੱਕ ਗਏ ਨਹੀਂ ਸਨ, ਸਿੱਧੇ ਚਲੇ ਗਏ ਸੀ ਸੁਪਰੀਮ ਕੋਰਟ ਦੇ ਵਿੱਚ। ਤਾਂ ਹੁਣ ਕੀ ਹੋਏਗਾ? ਦੋਏ ਚੀਜ਼ਾਂ ਹੋਣਗੀਆਂ ਕਿ ਇੱਕ ਤਾਂ ਸ਼ਾਇਦ ਹੋ ਸਕਦਾ ਕੁਐਸ਼ਨ ਵਾਸਤੇ ਭਾਵੇਂ ਆ ਕਿ FIR ਨੂੰ ਕੁਐਸ਼ ਕਰਨ ਵਾਸਤੇ ਪਟੀਸ਼ਨ ਪਾਈ ਜਾਵੇ, ਜੀ, ਤੇ ਸੈਕੰਡ ਚੀਜ਼ ਹੋ ਸਕਦਾ ਆ ਕਿ ਬਈ ਇਹ ਬੇਲ ਵੀ ਇੱਥੇ ਲਾ ਦੇ, ਕਿਉਂਕਿ ਹੁਣ ਸੁਪਰੀਮ ਕੋਰਟ ਨੇ ਕਹਿ ਦਿੱਤਾ ਕਿ ਤੁਸੀਂ ਵਾਪਸ ਹਾਈ ਕੋਰਟ ਜਾਓ, ਪਰ ਉਦੋਂ ਤੱਕ ਕਹਿ ਲਓ ਕਿ ਮਜੀਠੀਆ ਨੂੰ ਜੇਲ੍ਹ ਦੀ ਦਾਲ ਪੀਣੀ ਪਏਗੀ। ਤੱਕ ਕਿੰਨੇ ਚਿਰ ਦੀ ਕਿਸਮਤ ਦੇ ਵਿੱਚ ਮੁਕੱਦਰ ਦੇ ਵਿੱਚ ਕੋਈ ਤੈਅ ਨਹੀਂ ਕਰ ਸਕਦਾ, ਕੋਈ ਪ੍ਰੈਡਿਕਟ ਨਹੀਂ ਕਰ ਸਕਦਾ। ਜੀ। ਹਾਲ ਦੀ ਘੜੀ ਕਹਿ ਸਕਦੇ ਹਾਂ ਕਿ ਵਿਕਰਮ ਮਜੀਠੀਆ ਦੀਆਂ ਮੁਸ਼ਕਲਾਂ ਜਿਹੜੀਆਂ ਉਹ ਘਟਣ ਦਾ ਨਾਂ ਨਹੀਂ ਲੈ ਰਹੀਆਂ।